ਕਿਸਾਨ ਹੈ ਕੇਂਦਰ ਸਰਕਾਰ ਦੇ ਨਾਲ ਉਹਨਾਂ ਦੀ ਕੱਲ ਜਿਹੜੀ ਮੀਟਿੰਗ ਹੋਣ ਜਾ ਰਹੀ ਹੈ ਤੇ ਮੀਟਿੰਗ ਦੇ ਵਿੱਚ ਉਹਨਾਂ ਨੂੰ ਸੱਦਾ ਜਿਹੜਾ ਉਹ ਦਿੱਤਾ ਗਿਆ ਸੀ। ਕਿਸਾਨਾਂ ਨੇ ਇਹ ਜ਼ਰੂਰ ਕਹਿ ਦਿੱਤਾ ਹੈ ਕਿ ਅਸੀਂ ਜਿਹੜੀ ਮੁਲਾਕਾਤ ਹੈ ਉਹ ਕਰਨ ਤਾਂ ਜਾ ਰਹੇ ਹਾਂ, ਪਰ ਮਕਸਦ ਸਿਰਫ ਇੱਕੋ ਹੀ ਰਹੇਗਾ, ਜਿਹੜਾ ਖੇਤੀਬਾੜੀ ਐਕਟ ਹੈ ਉਹਨੂੰ ਵਾਪਸ ਲਿਆ ਜਾਵੇ। ਇਸ ਤੋਂ ਇਲਾਵਾ ਕਿਸੇ ਵੀ ਗੱਲ ਦੇ ਉੱਤੇ ਉਹ ਟਸ ਤੋਂ ਮਸ ਨਹੀਂ ਹੋਣਗੇ, ਕੋਈ ਸਮਝੌਤਾ ਨਹੀਂ ਹੋਏਗਾ। ਕਿਸਾਨਾਂ ਨੇ ਸਾਫ਼ ਅਲਟੀਮੇਟਮ ਦੇ ਦਿੱਤਾ ਹੈ ਕਾਂਗਰਸ ਸਰਕਾਰ ਨੂੰ, ਪੰਜਾਬ ਸਰਕਾਰ ਨੂੰ ਕਿ ਜੇ ਇਹ ਸੈਸ਼ਨ ਨਾ ਸੱਦਿਆ ਗਿਆ ਵਿਧਾਨ ਸਭਾ ਦਾ ਤਾਂ ਅਸੀਂ ਘਿਰਾਓ ਕਰਾਂਗੇ। ਸੋ ਇਸ ਸੈਸ਼ਨ ਨੂੰ ਸੱਦਣ ਨੂੰ ਲੈ ਕੇ ਹੀ ਜਿਹੜੀ ਹੈ ਕੈਬਨਿਟ ਦੀ ਮੀਟਿੰਗ ਹੋਣ ਜਾ ਰਹੀ ਹੈ, ਜਿਸ ਦੇ ਵਿੱਚ ਹੋ ਸਕਦਾ ਹੈ ਕਿ ਕੱਲ ਉਹ ਤਾਰੀਖ ਵੀ ਸਾਹਮਣੇ ਆ ਜਾਏ ਕਿ ਹੁਣ ਜੇ ਮੀਟਿੰਗ ਹੋਣ ਜਾ ਰਹੀ ਹੈ ਤਾਂ ਸੈਸ਼ਨ ਜਿਹੜਾ ਉਹ ਕਦੋਂ ਸੱਦਣਾ ਹੈ ਤੇ ਸੈਸ਼ਨ ਦੇ ਵਿੱਚ ਕੀ ਖਾਸ ਰਹੇਗਾ। ਤੁਹਾਨੂੰ ਯਾਦ ਹੋਏਗਾ ਕਿ ਪਿਛਲੀ ਵਾਰ ਜਦੋਂ ਅਸੈਂਬਲੀ ਚੋਣਾਂ ਹੋਈਆਂ ਸੀ ਤਾਂ ਆਪ ਪਾਰਟੀ ਤੇ ਵੀ ਇਲਜ਼ਾਮ ਲੱਗੇ ਸੀ ਕਿ NRIਆਂ ਦੀ ਉਹਨਾਂ ਨੂੰ ਬਹੁਤ ਸਪੋਰਟ ਹੈ, ਬਹੁਤ ਸਾਰੇ ਬਾਹਰੋਂ ਆਏ ਕੈਨੇਡੀਅਨਸ ਪੰਜਾਬੀ ਜਿਹੜੇ ਨੇ ਉਹ ਪੂਰੀ ਸਪੋਰਟ ਕਰ ਰਹੇ ਨੇ। ਪੰਜਾਬੀ ਜਿੱਥੇ ਮਰਜ਼ੀ ਹੋਣ ਚੋਣ ਮੈਦਾਨ ਦੇ ਵਿੱਚ ਕੁੱਦਦੇ ਨੇ, ਸਿਆਸਤ ਵਿੱਚ ਵੀ ਵੱਧ ਚੜ ਕੇ ਹਿੱਸਾ ਲੈਂਦੇ ਨੇ। ਸੋ ਹੁਣ ਦੇਖਦੇ ਹਾਂ ਕਿ ਤ੍ਰਿਪਤ ਅਟਵਾਲ ਦੇ ਲਈ ਇੰਨੀ ਵਾਹ ਲਗਾਈ ਗਈ ਹੈ, ਪੰਜਾਬ ਤੋਂ ਸਪੈਸ਼ਲੀ ਜਿਹੜੀ ਹੈ ਉਹਨਾਂ ਦੀ ਸਪੋਰਟ ਕੀਤੀ ਜਾ ਰਹੀ ਹੈ। ਜੌਨਸਨ ਐਂਡ ਜੌਨਸਨ ਕੰਪਨੀ ਤੋਂ ਕਰੋਨਾ ਵਾਇਰਸ ਨੂੰ ਲੈ ਕੇ ਜੋ ਟ੍ਰਾਇਲ ਚੱਲ ਰਿਹਾ ਸੀ ਉਹਨੂੰ ਫਿਲਹਾਲ ਰੋਕਣਾ ਪਿਆ। ਆਖਰੀ ਟ੍ਰਾਇਲ ਸੀ। ਜਾਣਕਾਰੀ ਮੁਤਾਬਕ ਟ੍ਰਾਇਲ ਦੇ ਵਿੱਚ ਹਿੱਸਾ ਲੈਣ ਵਾਲੇ ਇੱਕ ਵਿਅਕਤੀ ਦੇ ਵਿੱਚ ਕਿਸੇ ਬਿਮਾਰੀ ਦੇ ਲੱਛਣ ਦਿਖਾਈ ਦਿੱਤੇ ਨੇ। ਜੌਨਸਨ ਐਂਡ ਜੌਨਸਨ ਨੇ ਸਟੇਟਮੈਂਟ ਜਾਰੀ ਕੀਤੀ ਹੈ ਕਿ ਅਸੀਂ ਆਪਣੇ ਸਾਰੇ ਕੋਵਿਡ-19 ਟੀਕੇ ਦੇ ਕਲੀਨਿਕਲ ਟ੍ਰਾਇਲ ਜਿਹੜੇ ਨੇ ਉਹ ਫਿਲਹਾਲ ਰੋਕ ਰਹੇ ਹਾਂ। ਜੌਨਸਨ ਐਂਡ ਜੌਨਸਨ ਨੇ ਹਾਲ ਹੀ ਦੇ ਵਿੱਚ ਅਮਰੀਕਾ ਦੇ ਵਿੱਚ ਟੀਕਾ ਬਣਾਉਣ ਦਾ ਆਖਰੀ ਟ੍ਰਾਇਲ ਜਿਹੜਾ ਉਹ ਸ਼ੁਰੂ ਕੀਤਾ ਸੀ। ਐਸਟਰਾਜੈਨੇਕਾ ਅਜਿਹਾ ਕਰਨ ਵਾਲੀ ਪਹਿਲੀ ਕੰਪਨੀ ਸੀ ਜਿਸ ਨੇ ਆਪਣੀ ਅਰਜ਼ੀ ਨੂੰ ਵਿਗਿਆਨਕ ਨਤੀਜਿਆਂ ਨੂੰ ਅਕਤੂਬਰ 2 ਨੂੰ ਜਮ੍ਹਾਂ ਕਰਵਾਇਆ ਸੀ। ਫਿਲਹਾਲ ਕੰਪਨੀ ਨੇ ਆਖਰੀ ਨਤੀਜਿਆਂ ਮੌਕੇ ਦਾ ਦਾਅਵਾ ਕੀਤਾ ਸੀ ਕਿ ਅਮਰੀਕਾ, ਦੱਖਣੀ ਅਫਰੀਕਾ, ਬ੍ਰਾਜ਼ੀਲ, ਚਿਲੀ ਤੇ ਕੋਲੰਬੀਆ, ਮੈਕਸੀਕੋ ਤੇ ਪੇਰੂ ਦੇ ਵਿੱਚ 60,000 ਲੋਕਾਂ ਦੇ ਟੀਕੇ ਦਾ ਟ੍ਰਾਇਲ ਜਿਹੜਾ ਹੈ ਉਹ ਕੀਤਾ ਜਾਏਗਾ। ਪਰ ਫਿਲਹਾਲ ਜੌਨਸਨ ਐਂਡ ਜੌਨਸਨ ਦਾ ਇਹ ਟ੍ਰਾਇਲ ਵਿੱਚ ਹੀ ਰੁਕ ਚੁੱਕਾ ਹੈ। ਉਹਨਾਂ ਨੂੰ ਰੋਕਣਾ ਪਿਆ ਹੈ ਕਿਉਂਕਿ ਇੱਕ ਵਿਅਕਤੀ ਦੀ ਹਾਲਤ ਜਿਹੜੀ ਹੈ ਉਹ ਸਥਿਰ ਨਹੀਂ ਦੇਖੀ ਜਾ ਰਹੀ। ਸਤਿ ਸ਼੍ਰੀ ਅਕਾਲ ਦਰਸ਼ਕੋ ਐਂਡ ਗੁੱਡ ਮਾਰਨਿੰਗ ਟੂ ਆਲ। ਹੋਪ ਸੋ ਤੁਸੀਂ ਬਿਲਕੁਲ ਠੀਕ ਹੋ। ਥੈਂਕਸ ਗਿਵਿੰਗ ਦਾ ਮੌਕਾ ਸੀ ਤਾਂ ਉਮੀਦ ਕਰਦੇ ਹਾਂ ਕਿ ਤੁਹਾਡਾ ਸਾਰਿਆਂ ਦਾ ਬਹੁਤ ਵਧੀਆ ਨਿਕਲਿਆ ਹੋਏਗਾ। ਬਹੁਤ ਚੰਗੇ ਤਰੀਕੇ ਦੇ ਨਾਲ ਤੁਸੀਂ ਸਾਰਿਆਂ ਨੂੰ ਇੱਕ ਦੂਜੇ ਨੂੰ ਥੈਂਕਸ ਗਿਵਿੰਗ ਦੀ ਜਿਹੜੀ ਵਧਾਈ ਦਿੱਤੀ ਹੋਣੀ ਹੈ, ਮੁਲਾਕਾਤ ਵੀ ਕੀਤੀ ਹੋਣੀ ਹੈ। ਪਰ ਇਸ ਦੇ ਨਾਲ ਹੀ ਇਹ ਜ਼ਰੂਰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰਿਆਂ ਨੇ ਹਦਾਇਤਾਂ ਜਿਹੜੀਆਂ ਦਿੱਤੀਆਂ ਗਈਆਂ ਸੀ ਥੈਂਕਸ ਗਿਵਿੰਗ ਦੇ ਲਈ ਉਹ ਵੀ ਜ਼ਰੂਰ ਉਹਨਾਂ ਦਾ ਖਿਆਲ ਰੱਖਿਆ ਹੋਣਾ ਤੇ ਸਿਹਤ ਤੁਹਾਡੀ ਸਾਰਿਆਂ ਦੀ ਬਿਲਕੁਲ ਹੀ ਠੀਕ ਹੋਏਗੀ। ਐਜ਼ ਯੂ ਨੋ ਕਿ ਸਾਡੇ ਜਿਹੜੇ ਪ੍ਰਧਾਨ ਮੰਤਰੀ ਨੇ ਜਸਟਿਨ ਟਰੂਡੋ, ਉਹਨਾਂ ਨੇ ਵੀ ਬਹੁਤ ਚੰਗਾ ਜਿਹੜਾ ਥੈਂਕਸ ਗਿਵਿੰਗ ਦੇ ਮੌਕੇ ਮੈਸੇਜ ਕਨਵੇ ਕੀਤਾ ਸੀਗਾ ਔਰ ਬੜਾ ਵਧੀਆ ਲੱਗਿਆ ਜਦੋਂ ਉਹਨਾਂ ਨੇ ਮੈਸੇਜ ਕਨਵੇ ਕੀਤਾ ਕਿ ਜਿਹੜਾ ਇਸ ਵਾਰ ਦਾ ਥੈਂਕਸ ਗਿਵਿੰਗ ਹੈ ਉਹ ਤੁਸੀਂ ਦੂਜਿਆਂ ਦੇ ਵਾਸਤੇ ਉਹਨਾਂ ਦੀ ਮਦਦ ਕਰੋ, ਉਹਨਾਂ ਦੇ ਲਈ ਕੋਈ ਨਾ ਕੋਈ ਗ੍ਰੋਸਰੀ ਕਰਕੇ ਕੋਈ ਨਾ ਕੋਈ ਸਮਾਨ ਖਰੀਦ ਕੇ ਜਿਹੜਾ ਹੈ ਉਹ ਜ਼ਰੂਰਤਮੰਦਾਂ ਨੂੰ ਦੇਵੋ, ਉਹਨਾਂ ਨੂੰ ਮੁਹੱਈਆ ਕਰਵਾਓ। ਇਹੀ ਸਭ ਤੋਂ ਵਧੀਆ ਜਿਹੜੀ ਹੈ ਥੈਂਕਸ ਗਿਵਿੰਗ ਹੈ। ਸੋ ਉਮੀਦ ਕਰਦੇ ਹਾਂ ਕਿ ਸਾਰੇ ਜਣਿਆਂ ਨੇ ਇੱਦਾਂ ਹੀ ਕੀਤਾ ਹੋਏਗਾ ਔਰ ਜਿੰਨੇ ਵੀ ਜ਼ਰੂਰਤਮੰਦ ਸਾਡੇ ਭਾਈਚਾਰੇ ਦੇ ਲੋਕ ਹੈ ਉਹਨਾਂ ਸਭ ਦੀ ਮਦਦ ਕੀਤੀ ਹੋਏਗੀ ਕਿਉਂਕਿ ਕੋਵਿਡ ਕਰਕੇ ਇਸ ਵਾਰ ਮੌਕਾ ਥੋੜ੍ਹਾ ਜਿਹਾ ਅਲੱਗ ਹੈ, ਥੋੜ੍ਹਾ ਡਿਫਰੈਂਟ ਜਿਹੜਾ ਮਾਹੌਲ ਬਣਿਆ ਹੋਇਆ ਹੈ। ਸੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਿਲਕੁਲ ਠੀਕ ਹੋ। ਸੋ ਅੱਗੇ ਅਸੀਂ ਦੱਸ ਦਈਏ ਕਿ ਅਹਿਮ ਖਬਰਾਂ ਦੀ ਜਦੋਂ ਅਸੀਂ ਗੱਲ ਕਰੀਏ, ਲੌਂਗ ਵੀਕਐਂਡ ਸੀ ਤਾਂ ਬਹੁਤ ਕੁਝ ਅਪਡੇਟ ਹੋਇਆ। ਸਭ ਤੋਂ ਵੱਡੀ ਖਬਰ ਜਿਹੜੀ ਹੈ ਉਹ ਇਹ ਦੱਸ ਦਈਏ ਜਿਹੜੀ ਪੰਜਾਬ ਤੋਂ ਹੈ ਕਿ ਜਿਹੜੇ ਕਿਸਾਨ ਹੈ ਕੇਂਦਰ ਸਰਕਾਰ ਦੇ ਨਾਲ ਉਹਨਾਂ ਦੀ ਕੱਲ ਜਿਹੜੀ ਮੀਟਿੰਗ ਹੋਣ ਜਾ ਰਹੀ ਹੈ ਤੇ ਮੀਟਿੰਗ ਦੇ ਵਿੱਚ ਉਹਨਾਂ ਨੂੰ ਸੱਦਾ ਜਿਹੜਾ ਉਹ ਦਿੱਤਾ ਗਿਆ ਸੀ। ਹਾਲਾਂਕਿ ਪਹਿਲਾਂ ਲੱਗ ਰਿਹਾ ਸੀ ਕਿ ਕਿਸਾਨ ਕਬੂਲਣਗੇ ਜਾਂ ਨਹੀਂ, ਪਰ ਕਿਸਾਨਾਂ ਨੇ ਫਿਲਹਾਲ ਜਿਹੜਾ ਇਹ ਸੱਦਾ ਕਬੂਲ ਕਰ ਲਿਆ, ਯਾਨੀ ਕਿ ਮੁਲਾਕਾਤ ਕਰਨ ਦੇ ਲਈ ਕਿਸਾਨ ਜਿਹੜੇ ਨੇ ਪਹੁੰਚ ਰਹੇ ਨੇ। ਕਿਸਾਨਾਂ ਨੇ ਇਹ ਜ਼ਰੂਰ ਕਹਿ ਦਿੱਤਾ ਹੈ ਕਿ ਅਸੀਂ ਜਿਹੜੀ ਮੁਲਾਕਾਤ ਹੈ ਉਹ ਕਰਨ ਤਾਂ ਜਾ ਰਹੇ ਹਾਂ, ਪਰ ਮਕਸਦ ਸਿਰਫ ਇੱਕੋ ਹੀ ਰਹੇਗਾ, ਜਿਹੜਾ ਖੇਤੀਬਾੜੀ ਐਕਟ ਹੈ ਉਹਨੂੰ ਵਾਪਸ ਲਿਆ ਜਾਵੇ। ਇਸ ਤੋਂ ਇਲਾਵਾ ਕਿਸੇ ਵੀ ਗੱਲ ਦੇ ਉੱਤੇ ਉਹ ਟਸ ਤੋਂ ਮਸ ਨਹੀਂ ਹੋਣਗੇ, ਕੋਈ ਸਮਝੌਤਾ ਨਹੀਂ ਹੋਏਗਾ ਔਰ ਜਿਹੜੇ ਟਰੈਕ ਦੇ ਉੱਤੇ ਜਿਹੜੇ ਧਰਨੇ ਲੱਗੇ ਹੋਏ ਨੇ ਉਹ ਉਸੇ ਤਰ੍ਹਾਂ ਜਿਹੜੇ ਜਾਮ ਜਿਹੜੇ ਨੇ ਉਹ ਲਗਾਈ ਰੱਖਣਗੇ, ਧਰਨੇ ਇੱਦਾਂ ਹੀ ਜਾਰੀ ਰਹਿਣਗੇ। ਸੋ ਇਹ ਵਧੀਆ ਗੱਲ ਹੈ ਕਿ ਕਿਤੇ ਨਾ ਕਿਤੇ ਕੇਂਦਰ ਸਰਕਾਰ ਨੇ ਜੇ ਬੁਲਾਇਆ ਤਾਂ ਉਮੀਦ ਕਰਦੇ ਹਾਂ ਕਿ ਕਿਸਾਨਾਂ ਦੀ ਜਿਹੜੀ ਮੰਗ ਹੈ ਉਸ ਨੂੰ ਕਿਤੇ ਨਾ ਕਿਤੇ ਮੰਨ ਲਿਆ ਜਾਏ, ਕਬੂਲ ਕਰ ਲਿਆ ਜਾਏ। ਸੋ ਇਸ ਵੱਡੀ ਖਬਰ ਦੇ ਉੱਤੇ ਅਸੀਂ ਬ੍ਰੇਕ ਤੋਂ ਬਾਅਦ ਨਜ਼ਰ ਪਾਵਾਂਗੇ ਔਰ ਸਾਡੇ ਨਾਲ ਪੰਜਾਬ ਤੋਂ ਹਰਸ਼ਰਨ ਕੌਰ ਜੁੜਨਗੇ, ਅਪਡੇਟ ਦੇਣਗੇ, ਜਾਣਾਂਗੇ ਇਸ ਤੋਂ ਇਲਾਵਾ ਹੋਰ ਪੰਜਾਬ 'ਚ ਕੀ ਅਪਡੇਟ ਰਿਹਾ।
ਇਸ ਤੋਂ ਇਲਾਵਾ ਕੈਨੇਡਾ ਦੇ ਵਿੱਚ ਬਹੁਤ ਖਾਸ ਖਬਰਾਂ ਨੇ ਔਰ ਦੱਸ ਦਈਏ ਕਿ CRA ਜਿਹੜਾ ਹੈ ਉਹ ਬੈਨੀਫਿਟ ਜਿਹੜਾ ਹੈ ਰਿਕਵਰੀ ਪਲਾਨ ਪ੍ਰੋਗਰਾਮ ਸ਼ੁਰੂ ਹੋਇਆ ਉਸ ਦੇ ਵਿੱਚ ਕਾਫੀ ਫਾਇਦਾ ਲੋਕਾਂ ਨੂੰ ਹੋਏਗਾ ਔਰ ਇੱਕ ਵਧੀਆ ਚੀਜ਼ ਇਹ ਕਹਿ ਸਕਦੇ ਹਾਂ ਕਿ ਕਾਫੀ ਹੱਦ ਤੱਕ ਲੋਕ ਇਸ ਪ੍ਰੋਗਰਾਮ ਦਾ ਇੰਤਜ਼ਾਰ ਵੀ ਕਰਦੇ ਸੀ। ਸੋ ਹੁਣੇ ਆ ਚੁੱਕਿਆ ਤਾਂ ਹਫਤੇ ਦੇ ਵਿੱਚ ਜਿਹੜੇ ਲੋਕ ਨੇ ਉਹ ਇਸ ਪ੍ਰੋਗਰਾਮ ਦਾ ਬੈਨੀਫਿਟ ਜਿਹੜਾ ਉਹ ਚੁੱਕ ਸਕਦੇ ਨੇ। ਇਸ ਤੋਂ ਇਲਾਵਾ ਡੋਨਲਡ ਟਰੰਪ ਸਾਹਿਬ ਦੀ ਸਿਹਤ ਦੀ ਗੱਲ ਕਰਾਂਗੇ ਕਿਉਂਕਿ ਉਹਨਾਂ ਦਾ ਕੋਵਿਡ ਟੈਸਟ ਕਿਹਾ ਜਾ ਰਿਹਾ ਕਿ ਨੈਗੇਟਿਵ ਆ ਚੁੱਕਿਆ, ਪਰ ਟਰੰਪ ਸਾਹਿਬ ਨੇ ਇੱਕ ਰੈਲੀ ਤਾਂ ਕਰ ਦਿੱਤੀ ਹੈ। ਰੈਲੀ 'ਚ ਕੀ ਕੁਝ ਖਾਸ ਰਿਹਾ ਉਸ 'ਤੇ ਵੀ ਅਸੀਂ ਨਜ਼ਰ ਮਾਰਾਂਗੇ। ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਕਿਉਂਕਿ BC ਦੇ ਵਿੱਚ ਚੋਣਾਂ ਨੇ ਔਰ ਥੋੜੇ ਹੀ ਦਿਨ ਰਹਿ ਗਏ ਨੇ, ਮਹਿਜ਼ 24 ਅਕਤੂਬਰ ਨੂੰ ਜਿਹੜੀਆਂ ਚੋਣਾਂ ਹੋਣ ਜਾ ਰਹੀਆਂ ਨੇ। ਸੋ ਮਾਰਨਿੰਗ ਸ਼ੋਅ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ BC ਇਲੈਕਸ਼ਨ ਦੀ ਗੱਲ ਕਰ ਲੈਂਦੇ ਹਾਂ ਕਿ ਕੀ ਕੁਝ ਚੱਲ ਰਿਹਾ। ਫਿਲਹਾਲ ਤਾਂ ਸਭ ਤੋਂ ਇੰਟਰਸਟਿੰਗ ਗੱਲ ਇਹ ਹੈ ਕਿ ਬੜਾ ਮਾਹੌਲ ਅਜੀਬ ਹੋ ਜਾਂਦਾ ਹੈ, ਬੜਾ ਦਿਲਚਸਪ ਵੀ ਕਹਿ ਸਕਦੇ ਹਾਂ ਹੋ ਜਾਂਦਾ ਹੈ ਜਦੋਂ ਚੋਣਾਂ ਚਾਹੇ ਪੰਜਾਬ ਦੇ ਵਿੱਚ ਹੋਣ, ਭਾਰਤ 'ਚ ਹੋਣ ਤੇ ਜਾਂ ਫਿਰ ਚੋਣਾਂ ਕੈਨੇਡਾ ਦੇ ਵਿੱਚ ਹੋਣ ਜਾਂ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਲੈ ਲਓ, ਅਮਰੀਕਾ ਲੈ ਲਓ, ਆਸਟ੍ਰੇਲੀਆ ਲੈ ਲਓ, ਇੰਗਲੈਂਡ ਲੈ ਲਓ, ਕਿਤੇ ਵੀ ਜਦੋਂ ਚੋਣਾਂ ਹੁੰਦੀਆਂ ਨੇ ਤਾਂ ਇੱਕ ਅਲੱਗ ਜਿਹਾ ਜਿਹੜਾ ਇੰਟਰਸਟ ਪੰਜਾਬੀ ਜ਼ਰੂਰ ਪੈਦਾ ਕਰਦੇ ਨੇ, ਖਾਸ ਕਰਕੇ ਜਿਹੜੇ ਦੇਸ਼ਾਂ ਦੇ ਵਿੱਚ ਪੰਜਾਬੀ ਸਿਆਸਤਦਾਨ ਜਿਹੜੇ ਨੇ ਚੋਣ ਮੈਦਾਨ ਦੇ ਵਿੱਚ ਹੁੰਦੇ ਨੇ। ਤਾਂ ਇੰਟਰਸਟ ਇਹ ਬਣ ਜਾਂਦਾ ਹੈ ਕਿ ਦੂਰ ਦੁਰਾਡੇ ਕਿਤੇ ਵੀ ਮੁਲਕ ਦੇ ਵਿੱਚ ਬੈਠੇ ਜਿਹੜੇ ਸਾਰੇ ਪੰਜਾਬੀ ਉਸ ਕੰਟਰੀ ਦੀਆਂ ਚੋਣਾਂ ਦੇ ਵਿੱਚ ਜ਼ਰੂਰ ਹਿੱਸਾ ਪਾ ਲੈਂਦੇ ਨੇ, ਯਾਨੀ ਕਹਿ ਸਕਦੇ ਹਾਂ ਕਿ ਚੋਣ ਮੈਦਾਨ ਦੇ ਵਿੱਚ ਕੁੱਦ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਇਹ ਹੁੰਦਾ ਕਿ ਪੰਜਾਬੀ ਕਿਤੇ ਵੀ ਕਿਹੜੇ ਵੀ ਮੁਲਕ ਦੇ ਵਿੱਚ ਚੋਣ ਲੜ ਰਹੇ ਨੇ ਅਸੀਂ ਉਹਨਾਂ ਨੂੰ ਸਪੋਰਟ ਜ਼ਰੂਰ ਕਰਨੀ ਹੈ। ਸੋ ਕਹਿ ਸਕਦੇ ਹਾਂ ਕਿ ਜਿਹੜੇ ਪੰਜਾਬੀ ਹੁੰਦੇ ਨੇ ਉਹਨਾਂ ਦੇ ਖੂਨ ਦੇ ਵਿੱਚ ਹੀ ਸਿਆਸਤ ਜਿਹੜੀ ਹੈ ਰਚੀ ਹੁੰਦੀ ਹੈ, ਉਹ ਸਿਆਸਤ ਤੋਂ ਬਿਨਾਂ ਰਹਿ ਹੀ ਨਹੀਂ ਸਕਦੇ। ਹਾਲ ਹੀ ਦੇ ਦਿਨਾਂ ਦੇ ਵਿੱਚ ਕਹਿ ਸਕਦੇ ਹਾਂ ਕਿ ਜੋ ਤ੍ਰਿਪਤ ਅਟਵਾਲ ਨੇ ਉਹ ਬਰਨਬੀ ਜਿਹੜੀ ਕਹਿ ਸਕਦੇ ਆ ਕਿ ਸੀਟ ਤੋਂ ਮਾਊਂਟਡ ਜਿਹੜੀ ਸੀਟ ਹੈ ਉੱਥੋਂ ਐਡਮਿੰਟ ਦੀ ਸੀਟ ਤੋਂ ਚੋਣ ਪ੍ਰਚਾਰ ਯਾਨੀ ਕਿ ਚੋਣ ਲੜ ਰਹੇ ਨੇ ਤੇ ਉਹਨਾਂ ਦੇ ਚੋਣ ਪ੍ਰਚਾਰ ਦੇ ਵਿੱਚ ਕਹਿ ਸਕਦੇ ਹਾਂ ਕਈ ਲੋਕ ਇਕੱਠੇ ਹੋ ਕੇ ਜੁਟੇ ਹੋਏ ਨੇ, ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਉਹ ਲੋਕ ਸ਼ਾਮਿਲ ਨੇ ਜਿਹੜੇ ਪੰਜਾਬੀ ਇੱਥੋਂ ਦੇ ਤਾਂ ਨਹੀਂ ਪਰ ਉਹਨਾਂ ਨੂੰ ਪੰਜਾਬ ਤੋਂ ਵੀ ਬਹੁਤ ਸਾਰੇ ਲੋਕ ਸਪੋਰਟ ਕਰ ਰਹੇ ਨੇ। ਬਹੁਤ ਸਾਰੀਆਂ ਕਾਲਾਂ ਪਹੁੰਚ ਰਹੀਆਂ ਨੇ, ਰਿਸ਼ਤੇਦਾਰਾਂ ਨੂੰ ਕਿਹਾ ਜਾ ਰਿਹਾ ਕਿ ਤ੍ਰਿਪਤ ਅਟਵਾਲ ਨੂੰ ਜਿਹੜੀ ਹੈ ਪੂਰੀ ਸਪੋਰਟ ਕਰਨੀ ਹੈ, ਉਹਨਾਂ ਨੂੰ ਜਿਹੜੀ ਹੈ ਪ੍ਰੋਪਰ ਤਰੀਕੇ ਦੇ ਨਾਲ ਸਾਰੇ ਜਣੇ ਉਹਨਾਂ ਦੇ ਨਾਲ ਵੋਟਿੰਗ ਪ੍ਰਕਿਰਿਆ ਨੂੰ ਜਿਹੜਾ ਨੇਪਰੇ ਚੜਾਉਣ। ਸੋ ਇਹ ਕਹਿ ਸਕਦੇ ਕਿ ਪਿਛਲੇ ਦਿਨਾਂ ਦੇ ਵਿੱਚ ਪੰਜਾਬੀਆਂ ਦੇ ਸੀਨੀਅਰ ਅਕਾਲੀ ਲੀਡਰ ਜਿਹੜੇ ਚਰਨਜੀਤ ਅਟਵਾਲ ਨੇ, ਲੋਕ ਸਭਾ ਦੇ ਕਹਿ ਸਕਦੇ ਆ ਡਿਪਟੀ ਸਪੀਕਰ ਵੀ ਨੇ ਔਰ ਇਸ ਤੋਂ ਇਲਾਵਾ MP MLA ਰਹੇ ਨੇ, ਅਕਾਲੀ ਮੈਂਬਰ ਨੇ, ਉਹਨਾਂ ਦੀ ਧੀ ਵਾਸਤੇ ਉਹ ਖੁਦ ਵੀ ਇੱਥੇ ਪਹੁੰਚੇ ਸੀ BC ਦੇ ਵਿੱਚ। ਉਹਨਾਂ ਨੇ ਖੁਦ ਵੀ ਜਿਹੜਾ ਕਹਿ ਸਕਦੇ ਆ ਕਿ ਕਾਫੀ ਪ੍ਰਮੋਟ ਆਪਣੀ ਧੀ ਨੂੰ ਉਹ ਕਰਨ ਲਈ ਆਏ ਸੀ। ਹੁਣ ਬੇਸ਼ੱਕ ਉਹ ਵਾਪਸ ਜਾ ਚੁੱਕੇ ਨੇ ਪੰਜਾਬ, ਪਰ ਪੂਰੀ ਕਹਿੰਦੇ ਨੇ ਵਾਹ ਲਗਾ ਕੇ ਗਏ ਨੇ ਆਪਣੀ ਬੇਟੀ ਵਾਸਤੇ ਤਾਂ ਕਿ ਕਿਸੇ ਵੀ ਤਰੀਕੇ ਨਾਲ ਜਿਹੜੀ ਹੈ ਇਸ ਸੀਟ ਦੇ ਉੱਤੇ ਉਹ ਕਾਬਜ਼ ਰਹਿਣ। ਸੋ ਕਹਿ ਸਕਦੇ ਆ ਕਿ ਪੰਜਾਬੀ ਕਿਤੇ ਵੀ ਹੋਣ ਉਹ ਇਹੋ ਜਿਹਾ ਇੰਟਰਸਟ ਪੈਦਾ ਕਰਦੇ ਨੇ ਕਿ ਹਰ ਮੁਲਕ ਤੋਂ ਜਿਹੜੇ ਨੇ ਪੰਜਾਬੀ ਹੋਰ ਵੀ ਜੁੜ ਜਾਂਦੇ ਨੇ। ਸੋ ਇਸ ਦੇ ਲਈ ਕਹਿ ਸਕਦੇ ਆ ਕਿ ਅਟਵਾਲ ਸਾਹਿਬ ਘਰ ਚਲੇ ਗਏ ਨੇ। ਫਿਲਹਾਲ ਦਿਲ ਜਿਹੜਾ ਕਹਿ ਸਕਦੇ ਆ ਉਹਨਾਂ ਦਾ ਅਜੇ ਵੀ BC ਦੇ ਵਿੱਚ ਹੀ ਹੈ ਕਿਉਂਕਿ ਉਹਨਾਂ ਦੀ ਬੇਟੀ ਜਿਹੜੀ ਹੈ ਚੋਣ ਮੈਦਾਨ ਦੇ ਵਿੱਚ ਹੈ। ਰਿਸ਼ਤੇਦਾਰਾਂ ਨੂੰ ਫੋਨ ਕਰਦੇ ਨੇ, ਅਟਵਾਲ ਸਾਹਿਬ ਦੀ ਧੀ ਨੂੰ ਵੋਟ ਪਾਉਣੀ ਹੈ। ਜਿਹੜੇ ਅਕਾਲੀ ਵਿੰਗ ਦੇ ਵੀ ਕਹਿ ਸਕਦੇ ਆ ਮੈਂਬਰ ਉਹ ਵੀ ਇਹ ਸੱਦਾ ਦੇ ਰਹੇ ਨੇ। ਸਪੋਰਟ ਜਿਹੜੀ ਹੈ ਉਹ ਪੂਰੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਨਡਾਇਰੈਕਟ ਸਪੋਰਟ ਜਿਹੜਾ ਪੰਜਾਬ ਬਣਿਆ ਹੋਇਆ ਹੈ। ਸੋ ਤੁਹਾਨੂੰ ਯਾਦ ਹੋਏਗਾ ਕਿ ਪਿਛਲੀ ਵਾਰ ਜਦੋਂ ਅਸੈਂਬਲੀ ਚੋਣਾਂ ਹੋਈਆਂ ਸੀ ਤਾਂ ਆਪ ਪਾਰਟੀ ਤੇ ਵੀ ਇਲਜ਼ਾਮ ਲੱਗੇ ਸੀ ਕਿ NRIਆਂ ਦੀ ਉਹਨਾਂ ਨੂੰ ਬਹੁਤ ਸਪੋਰਟ ਹੈ, ਬਹੁਤ ਸਾਰੇ ਬਾਹਰੋਂ ਆਏ ਕੈਨੇਡੀਅਨਸ ਪੰਜਾਬੀ ਜਿਹੜੇ ਨੇ ਉਹ ਪੂਰੀ ਸਪੋਰਟ ਕਰ ਰਹੇ ਨੇ। ਕਹਿ ਸਕਦੇ ਹਾਂ ਕਿ ਸਿਆਸਤ ਜਿਹੜੀ ਹੈ ਉਹ ਬਿਯੋਂਡ ਬਾਉਂਡਰੀ ਜਿਹੜੀ ਹੈ ਉਹ ਵੀ ਪਹੁੰਚ ਜਾਂਦੀ ਹੈ, ਇਹ ਕਦੇ ਰੁਕਦੀ ਨਹੀਂ ਹੈ। ਪੰਜਾਬੀ ਜਿੱਥੇ ਮਰਜ਼ੀ ਹੋਣ ਚੋਣ ਮੈਦਾਨ ਦੇ ਵਿੱਚ ਕੁੱਦਦੇ ਨੇ, ਸਿਆਸਤ ਵਿੱਚ ਵੀ ਵੱਧ ਚੜ ਕੇ ਹਿੱਸਾ ਲੈਂਦੇ ਨੇ। ਸੋ ਹੁਣ ਦੇਖਦੇ ਹਾਂ ਕਿ ਤ੍ਰਿਪਤ ਅਟਵਾਲ ਦੇ ਲਈ ਇੰਨੀ ਵਾਹ ਲਗਾਈ ਗਈ ਹੈ, ਪੰਜਾਬ ਤੋਂ ਸਪੈਸ਼ਲੀ ਜਿਹੜੀ ਹੈ ਉਹਨਾਂ ਦੀ ਸਪੋਰਟ ਕੀਤੀ ਜਾ ਰਹੀ ਹੈ। ਸੋ ਉਹ ਸਪੋਰਟ ਜਿਹੜੀ ਹੈ ਤ੍ਰਿਪਤ ਅਟਵਾਲ ਦੇ ਜਿਹੜਾ ਕਹਿ ਸਕਦੇ ਆ ਕਿੰਨਾ ਕੁ ਕੰਮ ਆਏਗੀ, ਇਹ ਕਾਫੀ ਅਹਿਮ ਰਹੇਗਾ। ਸੋ ਪੰਜਾਬੀ ਜਿਹੜੇ ਨੇ ਉਹ ਆਪਣਾ ਜਿਹੜਾ ਨਾਮ ਵੀ ਸ਼ਾਇਦ ਮੁਲਕਾਂ ਦੇ ਵਿੱਚ ਹਰ ਕਿਤੇ ਤਾਂ ਹੀ ਰੋਸ਼ਨ ਕੀਤੀ ਫਿਰਦੇ ਨੇ, ਹਰ ਕਿਤੇ ਸਿਆਸਤ ਦੇ ਵਿੱਚ ਵੱਡੀਆਂ ਇਹਨਾਂ ਮੱਲਾਂ ਮਾਰੀਆਂ ਨੇ ਕਿਉਂਕਿ ਇਹੀ ਰੋਲ ਜਿਹੜਾ ਹੈ ਉਹ ਹਰ ਦੇਸ਼ ਦੀ ਜਿਹੜੀ ਸਿਆਸਤ ਦੇ ਵਿੱਚ ਜਦੋਂ ਵੀ ਕਦੀ ਚੋਣਾਂ ਹੋਣ ਜਾਂਦੀਆਂ ਨੇ ਤਾਂ ਆਪਣਾ ਜਿਹੜਾ ਅਹਿਮ ਰੋਲ ਹੈ ਉਹ ਕਿਤੇ ਵੀ ਬੈਠ ਕੇ ਨਿਭਾਈ ਦਿੰਦੇ ਨੇ, ਜਿਵੇਂ ਕਿ ਹੁਣ ਤ੍ਰਿਪਤ ਅਟਵਾਲ ਦੇ ਲਈ ਨਿਭਾਇਆ ਜਾ ਰਿਹਾ ਹੈ।
ਸੋ ਅਗਲੀ ਖਬਰ ਦੱਸਦੀ ਹੈ ਕਿ CRA ਸਹਾਇਤਾ ਪ੍ਰੋਗਰਾਮ ਦਾ ਜਿਹੜਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਉਹ ਪ੍ਰੋਗਰਾਮ ਫਿਲਹਾਲ ਆ ਚੁੱਕਿਆ, ਉਸ ਦੀ ਅਨਾਉਂਸਮੈਂਟਸ ਹੋ ਚੁੱਕੀਆਂ। ਇਸ ਪ੍ਰੋਗਰਾਮ ਦੇ ਤਹਿਤ ਖਾਸ ਕਰਕੇ ਉਹਨਾਂ ਲੋਕਾਂ ਨੂੰ ਫਾਇਦਾ ਹੋਏਗਾ ਜਿਹੜੇ COVID-19 ਮਹਾਮਾਰੀ ਦੇ ਕਾਰਨ ਆਪਣਾ ਕੰਮਕਾਰ ਗਵਾ ਬੈਠੇ ਨੇ ਜਾਂ ਆਪਣਿਆਂ ਦੀ ਜਿਹੜੀ ਕਹਿ ਸਕਦੇ ਆ ਕਿ ਕੇਅਰ ਕਰਨ ਵਾਸਤੇ ਉਹਨਾਂ ਨੂੰ ਘਰ ਦੇ ਵਿੱਚ ਬੈਠਣਾ ਪਿਆ, ਸੋ ਕੰਮਕਾਰ ਉਹਨਾਂ ਨੂੰ ਛੱਡਣੇ ਪਏ ਆ। ਇਹ CRA ਪ੍ਰੋਗਰਾਮ ਉਹਨਾਂ ਦੀ ਮਦਦ ਕਰੇਗਾ। ਇਸ ਪ੍ਰੋਗਰਾਮ ਦੇ ਤਹਿਤ ਦੱਸਦੀ ਹੈ ਕੈਨੇਡਾ ਰਿਕਵਰੀ ਬੈਨੀਫਿਟ ਪ੍ਰੋਗਰਾਮ ਉਹਨਾਂ ਨੂੰ ਪ੍ਰਤੀ ਹਫ਼ਤਾ $500 ਮੁਹੱਈਆ ਕਰਾਏਗਾ ਜਿਨ੍ਹਾਂ ਦਾ ਰੋਜ਼ਗਾਰ COVID-19 ਕਰਕੇ ਪ੍ਰਭਾਵਿਤ ਹੋਇਆ। ਹਰ 2 ਹਫ਼ਤਿਆਂ ਦੇ ਵਿੱਚ ਇੱਕ ਨਵੀਂ ਅਰਜ਼ੀ ਦੀ ਲੋੜ ਹੁੰਦੀ ਹੈ ਤੇ ਲੋਕ ਹਰ ਵਾਰ ਲਾਭ ਦਾ ਦਾਅਵਾ ਕਰ ਸਕਦੇ ਨੇ। ਇਸ ਦੌਰਾਨ ਔਰਤਾਂ ਦੇ ਕਰੀਅਰਸ ਤੇ ਕਮਾਈ ਦੇ ਉੱਤੇ ਵੀ ਕਾਫੀ ਅਸਰ ਪਿਆ ਕਿਉਂਕਿ ਬੱਚਿਆਂ ਦੀ ਸਾਂਭ ਸੰਭਾਲ ਤੇ ਹੋਮ ਸਕੂਲਿੰਗ ਦਾ ਬਹੁਤ ਭਾਰ ਉਹਨਾਂ ਨੂੰ ਸਹਿਣਾ ਪਿਆ। ਕੇਅਰ ਗਿਵਰ ਬੈਨੀਫਿਟ ਉਹਨਾਂ ਲੋਕਾਂ ਉੱਤੇ ਲਾਗੂ ਹੋਏਗਾ ਵਾਇਰਸ ਕਾਰਨ ਜਿਨ੍ਹਾਂ ਦੇ ਸਕੂਲ ਜਾਂ ਡੇ ਕੇਅਰ ਬੰਦ ਹੋ ਗਏ ਜਾਂ ਵਾਇਰਸ ਕਾਰਨ ਜਿਨ੍ਹਾਂ ਦੇ ਬੱਚਿਆਂ ਦੇ ਸਕੂਲ ਬੰਦ ਹੋਣ ਤੋਂ ਇਲਾਵਾ ਉਹਨਾਂ ਦੇ ਖੁਦ ਦੇ ਕੰਮ ਵੀ ਜਿਹੜੇ ਨੇ ਰੁਕ ਗਏ ਨੇ। ਆਪਣੇ ਪਰਿਵਾਰਕ ਮੈਂਬਰਾਂ ਦੀ ਦੇਖਭਾਲ ਕਰਨ ਲਈ ਕੰਮ ਛੱਡਣਾ ਪਿਆ, ਉਹ ਵੀ ਇਸ ਲਈ ਅਪਲਾਈ ਕਰ ਸਕਦੇ ਨੇ। ਇਹ ਲਾਭ ਉਹਨਾਂ ਲੋਕਾਂ ਤੇ ਲਾਗੂ ਹੁੰਦਾ ਹੈ ਜਿਹੜੇ ਸਕੂਲ ਜਾਂ ਡੇ ਕੇਅਰ ਬੰਦ ਕਰਨ ਤੇ ਕੰਮ ਤੋਂ ਆਪਣੇ ਤੋਂ ਖੁੰਝ ਚੁੱਕੇ ਨੇ। ਸਰਕਾਰ ਦਾ ਅੰਦਾਜ਼ਾ ਹੈ ਕਿ ਦੇਖਭਾਲ ਕਰਨ ਵਾਲੇ ਲਾਭ ਲਈ ਤਕਰੀਬਨ 700,000 ਜਿਹੜੇ ਕੈਨੇਡੀਅਨਸ ਨੇ ਉਹ ਅਰਜ਼ੀ ਦੇਣਗੇ। ਉਹਨਾਂ ਲਈ ਨਵਾਂ ਬਿਮਾਰ ਛੁੱਟੀ ਲਾਭ ਵੀ ਉਪਲਬਧ ਹੋਵੇਗਾ ਜੋ ਕੰਮ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਨੇ COVID-19 ਦਾ ਸਮਝੌਤਾ ਕੀਤਾ ਸੀ ਜਾਂ ਵਾਇਰਸ ਕਾਰਨ ਆਪਣੇ ਆਪ ਨੂੰ ਕੁਆਰੰਟਾਈਨ ਕਰਨਾ ਚਾਹੁੰਦੇ ਸੀ। ਸੋ ਕਹਿ ਸਕਦੇ ਆ ਕਿ ਜਿਸ ਤਰੀਕੇ ਨਾਲ CERB ਦਾ ਬੈਨੀਫਿਟ ਲੋਕਾਂ ਨੂੰ ਮਿਲ ਰਿਹਾ ਸੀ, ਹੁਣ CRA ਪ੍ਰੋਗਰਾਮ ਦੇ ਤਹਿਤ ਵੀ ਜੋ ਹੈ ਕਾਫੀ ਹੱਦ ਤੱਕ ਮਦਦ ਲੋਕਾਂ ਦੀ ਹੋ ਸਕੇਗੀ। ਅੱਗੇ ਅਮਰੀਕਾ ਦਾ ਰੁਖ ਕਰ ਲੈਂਦੇ ਹਾਂ। ਅਮਰੀਕਾ ਦੇ ਵਿੱਚ ਸਭ ਤੋਂ ਪਹਿਲਾਂ ਅਹਿਮ ਜਿਹੜੀ ਖਬਰ ਇਹ ਹੈ ਕਿ ਡੋਨਲਡ ਟਰੰਪ ਜਿਹੜੇ ਨੇ ਉਹਨਾਂ ਦੀ ਸਿਹਤ ਹੁਣ ਠੀਕ ਹੈ। ਕਹਿੰਦੇ ਨੇ ਡੋਨਲਡ ਟਰੰਪ ਜਿਹੜੇ ਨੇ ਉਹਨਾਂ ਦਾ ਜਿਹੜਾ ਨੈਗੇਟਿਵ ਟੈਸਟ ਹੁਣ ਆ ਚੁੱਕਿਆ ਕੋਵਿਡ ਦਾ, ਤੇ ਜਿਵੇਂ ਹੀ ਨੈਗੇਟਿਵ ਟੈਸਟ ਆਇਆ ਤਾਂ ਉਹਨਾਂ ਨੇ ਇੱਕ ਰੈਲੀ ਵੀ ਕਰ ਛੱਡੀ। ਇਸ ਰੈਲੀ ਦੇ ਵਿੱਚ ਕਹਿੰਦੇ ਨੇ ਕਿ ਇਸ ਤਰੀਕੇ ਦੀ ਜਿਹੜੀ ਉਹਨਾਂ ਦੀ ਬਾਡੀ ਲੈਂਗੁਏਜ ਦੀ ਜੇ ਗੱਲ ਕੀਤੀ ਜਾਏ ਤਾਂ ਇਸ ਤਰੀਕੇ ਦੀ ਸੀ ਕਿ ਜਿਵੇਂ ਉਹਨਾਂ ਨੂੰ ਕਿਸੇ ਚੀਜ਼ ਦੀ ਪਰਵਾਹ ਹੀ ਨਹੀਂ ਹੈ, ਬਿਲਕੁਲ ਠੀਕ ਹੋ ਚੁੱਕੇ ਨੇ। ਈਵਨ ਕਿ ਰੈਲੀ ਦੇ ਦੌਰਾਨ ਜਦੋਂ ਉਹ ਲੋਕਾਂ ਦੇ ਮੁਖਾਤਿਬ ਹੋਣ ਪਹੁੰਚੇ, ਸਮਰਥਕਾਂ ਨੂੰ ਜਦੋਂ ਮਿਲ ਰਹੇ ਸੀ ਤਾਂ ਉਹਨਾਂ ਨੇ ਆਪਣਾ ਮਾਸਕ ਵੀ ਲਾ ਕੇ ਸੁੱਟ ਦਿੱਤਾ ਔਰ ਰੈਲੀ ਦੇ ਵਿੱਚ ਜਿਹੜੇ ਉਹਨਾਂ ਦੇ ਸਮਰਥਕ ਪਹੁੰਚੇ ਹੋਏ ਸੀ ਉਹਨਾਂ ਨੇ ਵੀ ਮਾਸਕ ਦੀ ਪਰਵਾਹ ਨਹੀਂ ਕੀਤੀ। ਹਾਲਾਂਕਿ ਬਹੁਤ ਸਾਰੇ ਲੋਕ ਅਜਿਹੇ ਸੀ ਜੋ ਇਸ ਚੀਜ਼ ਦੀ ਪਰਵਾਹ ਕਰ ਰਹੇ ਸੀ ਔਰ ਕਈ ਉਹਨਾਂ ਦੇ ਵਿਰੋਧੀ ਜਾਂ ਕਹਿ ਸਕਦੇ ਕਿ ਕਈ ਮਾਹਰ ਅਜਿਹੇ ਨੇ ਜਿਹੜੇ ਡੋਨਲਡ ਟਰੰਪ ਦੀ ਇਸ ਗੱਲ ਨੂੰ ਸਹੀ ਨਹੀਂ ਮੰਨ ਰਹੇ। ਉਹਨਾਂ ਦਾ ਇਹ ਕਹਿਣਾ ਹੈ ਕਿ ਟਰੰਪ ਨੂੰ ਇਸ ਤਰੀਕੇ ਨਾਲ ਇੱਕਦਮ ਫਲੋਰੀਡਾ ਦੇ ਵਿੱਚ ਇਸ ਤਰੀਕੇ ਦੀ ਰੈਲੀ ਨਹੀਂ ਕਰਨੀ ਚਾਹੀਦੀ ਸੀ। 10 ਦਿਨ ਪਹਿਲਾਂ ਕੋਵਿਡ ਦੇ ਸ਼ਿਕਾਰ ਹੋਏ ਸੀ ਡੋਨਲਡ ਟਰੰਪ, ਯਾਨੀ ਡੋਨਲਡ ਟਰੰਪ ਨੂੰ ਹੁਣ ਤਾਂ ਕੋਵਿਡ ਦਾ ਖਤਰਾ ਜਿਹੜਾ ਨਹੀਂ ਕਿਹਾ ਜਾ ਰਿਹਾ। ਡਾਕਟਰ ਖੌਨਲੇ ਨੇ ਕਿਹਾ ਕਿ ਹੁਣ ਉਹ ਫਿਰ ਤੋਂ ਆਪਣੀ ਲਾਈਫ ਰੂਟੀਨ ਦੀ ਤਰ੍ਹਾਂ ਸ਼ੁਰੂ ਕਰ ਸਕਦੇ ਨੇ। ਟਰੰਪ ਨੇ ਇੱਕ ਚੈਨਲ ਦੇ ਇੰਟਰਵਿਊ 'ਚ ਕਿਹਾ ਕਿ ਉਹ ਹੁਣ ਠੀਕ ਮਹਿਸੂਸ ਕਰ ਰਹੇ ਨੇ ਤੇ ਅੱਗੇ ਵੀ ਰੈਲੀਆਂ ਕਰਨਾ ਚਾਹੁੰਦੇ ਨੇ। ਜਿਸ ਤਰੀਕੇ ਨਾਲ ਫਲੋਰੀਡਾ ਦੇ ਵਿੱਚ ਉਹਨਾਂ ਨੇ ਰੈਲੀ ਕਰ ਛੱਡੀ, ਹਜ਼ਾਰਾਂ ਸਮਰਥਕਾਂ ਦੇ ਨਾਲ ਉਹ ਖੜੇ ਸੀ ਤੇ ਇਹ ਕਹਿ ਰਹੇ ਸੀ ਕਿ ਹੁਣ ਮੈਂ ਬਿਲਕੁਲ ਠੀਕ ਹਾਂ, ਲੋਕਾਂ ਨੂੰ ਛੂਹ ਸਕਦਾ, ਉਹਨਾਂ ਨੂੰ ਮਿਲ ਸਕਦਾ, ਉਹਨਾਂ ਨਾਲ ਗੱਲ ਕਰ ਸਕਦਾ। ਐਂਥਨੀ ਫੌਸੀ ਨੇ ਹਾਲਾਂਕਿ ਕਿਹਾ ਸੀ ਕਿ ਕੋਵਿਡ ਤੋਂ ਠੀਕ ਹੋਣ ਤੋਂ ਬਾਅਦ ਇਮਿਊਨ ਸੀਮਿਤ ਰਹਿਣ ਦੀ ਸੰਭਾਵਨਾ ਹੈ, ਪਰ ਕੁਝ ਲੋਕ ਉਸ ਤੋਂ ਬਾਅਦ ਵੀ ਸੰਕਰਮਿਤ ਹੋਏ ਸਨ। ਕੁਝ ਮਾਹਰਾਂ ਨੇ ਚਿੰਤਾ ਜਤਾਈ ਹੈ ਕਿ ਇੰਨੀ ਜਲਦੀ ਟਰੰਪ ਨੂੰ ਛੂਤ ਮੁਕਤ ਨਹੀਂ ਮੰਨਿਆ ਜਾ ਸਕਦਾ। ਸ਼ੇਵਰਿਨ ਜੌਨਸ ਇੱਕ ਡੈਮੋਕ੍ਰੇਟ ਜੋ ਸਟੇਟ ਸੈਨੇਟ 'ਚੋਂ ਚੋਣ ਲੜ ਰਹੇ ਨੇ, ਕੋਵਿਡ ਲਾਗ ਤੋਂ ਠੀਕ ਹੋਏ ਨੇ, ਉਹਨਾਂ ਵੀ ਕਿਹਾ ਕਿ ਟਰੰਪ ਨੂੰ ਅਜੇ ਫਲੋਰੀਡਾ ਨਹੀਂ ਆਉਣਾ ਚਾਹੀਦਾ। ਸ਼ੇਵਰਿਨ ਜੌਨਸ ਨੇ ਕਿਹਾ ਕਿ ਇਹ ਲਾਪਰਵਾਹੀ ਤੇ ਗੈਰ ਜ਼ਿੰਮੇਵਾਨਾ ਤਰੀਕਾ ਹੈ। ਟਰੰਪ ਨੇ ਭੀੜ ਨੂੰ ਦੱਸਿਆ ਕਿ ਵਾਇਰਸ ਅਲੋਪ ਹੋ ਗਿਆ ਜਦਕਿ ਮਾਮਲੇ ਵਧ ਰਹੇ ਨੇ। ਸੋ ਇਹ ਕਾਫੀ ਜ਼ਿਆਦਾ ਇਹ ਕਹਿ ਸਕਦੇ ਕਿ ਜਦੋਂ ਵੀ ਡੋਨਲਡ ਟਰੰਪ ਕੁਝ ਇਸ ਤਰੀਕੇ ਦਾ ਸਟੈਪ ਲੈਂਦੇ ਨੇ ਤਾਂ ਉਸਦੇ ਉੱਤੇ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਹੱਦ ਤੱਕ ਵਿਰੋਧ ਜ਼ਰੂਰ ਹੋਣਾ ਸ਼ੁਰੂ ਹੋ ਜਾਂਦਾ ਹੈ। ਹਾਲਾਂਕਿ ਇਹ ਚੀਜ਼ ਮੰਨੀ ਜਾ ਸਕਦੀ ਹੈ ਕਿ ਜਿਸ ਤਰੀਕੇ ਨਾਲ ਉਹਨਾਂ ਨੇ ਰੈਲੀ ਦਾ ਇਕੱਠ ਕਰ ਦਿੱਤਾ, ਉਹ ਅਜੇ ਕਹਿ ਸਕਦੇ ਆ ਕਿ ਉਹਨਾਂ ਨੂੰ ਥੋੜਾ ਰੁਕ ਜਾਣਾ ਚਾਹੀਦਾ ਸੀਗਾ, ਪਰ ਟਰੰਪ ਸਾਹਿਬ ਨੇ ਉਹ ਘੱਟ ਹੀ ਕਿਸੇ ਦੀ ਸੁਣਦੇ ਨੇ, ਉਹ ਉਹਨਾਂ ਨੂੰ ਜੋ ਠੀਕ ਲੱਗਦਾ ਉਹੀ ਕਰਦੇ ਨੇ। ਫਿਲਹਾਲ ਅਜੇ ਇਸ ਤਰੀਕੇ ਦੇ ਕੋਈ ਸਾਈਨ ਨਹੀਂ ਮਿਲੇ ਜਾਂ ਕੋਈ ਗੱਲ ਸਾਹਮਣੇ ਨਹੀਂ ਆਈ ਕਿ ਜੋ ਬਾਈਡਨ ਜਿਹੜੀ 15 ਅਕਤੂਬਰ ਨੂੰ ਜਿਹੜੀ ਡਿਬੇਟ ਕਰਨ ਜਾ ਰਹੇ ਸੀ ਡੋਨਲਡ ਟਰੰਪ ਦੇ ਨਾਲ, ਉਹ ਕਰਨ ਦੀ ਮਨਜ਼ੂਰੀ ਉਹਨਾਂ ਦੇ ਦਿੱਤੀ ਹੈ ਜਾਂ ਨਹੀਂ, ਕਿਉਂਕਿ ਜੋ ਬਾਈਡਨ ਹਜੇ ਡਰ ਰਹੇ ਨੇ। ਉਹਨਾਂ ਕਿਹਾ ਸੀ ਜਦੋਂ ਤੱਕ ਡੋਨਲਡ ਟਰੰਪ ਸਾਹਿਬ ਬਿਲਕੁਲ ਸਹੀ ਨਹੀਂ ਹੋ ਸਕਦੇ, ਜੋ ਬਾਈਡਨ ਉਹਨਾਂ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਡਿਬੇਟ ਨਹੀਂ ਕਰਨਗੇ। ਸੋ ਹੁਣ ਇੰਤਜ਼ਾਰ ਕੀਤਾ ਜਾ ਰਿਹਾ ਹੈ ਕਿ ਟਰੰਪ ਸਾਹਿਬ ਤਾਂ ਆਪਣੀਆਂ ਰੈਲੀਆਂ ਦੇ ਵਿੱਚ ਜੁੜ ਚੁੱਕੇ ਨੇ ਕਿਉਂਕਿ ਸਮਰਥਕਾਂ ਨੂੰ ਉਹਨਾਂ ਨੇ ਆਪਣੇ ਵੱਲ ਵੀ ਕਰਨਾ ਹੈ, ਕਿਉਂਕਿ ਚੋਣਾਂ ਦਾ ਮਾਹੌਲ ਹੈ ਤੇ ਸਮਾਂ ਵੀ ਬਹੁਤ ਘੱਟ ਰਹਿ ਗਿਆ। ਸੋ ਡੋਨਲਡ ਟਰੰਪ ਫਿਲਹਾਲ ਆਪਣੀ ਸਿਹਤ ਦੀ ਪਰਵਾਹ ਕੀਤੇ ਬਿਨਾਂ ਇਹਨਾਂ ਰੈਲੀਆਂ ਨੂੰ ਕਰ ਰਹੇ ਨੇ। ਸੋ ਹੁਣ ਦੇਖਦੇ ਹਾਂ
ਕਿ ਇਹਨਾਂ ਰੈਲੀਆਂ ਦਾ ਫਾਇਦਾ ਜਿਹੜਾ ਹੈ ਉਹਨਾਂ ਨੂੰ ਕਿੰਨਾ ਕੁ ਮਿਲ ਪਾਉਂਦਾ ਹੈ ਤੇ ਅੱਗੇ ਰੈਲੀਆਂ ਦੇ ਵਿੱਚ ਕੀ ਰਹੇਗਾ। ਫਿਲਹਾਲ ਤਾਂ ਡੋਨਾਲਡ ਟਰੰਪ ਸਾਹਿਬ ਇਹ ਕਹਿ ਰਹੇ ਨੇ ਕਿ ਮੈਂ ਬਿਲਕੁਲ ਠੀਕ ਹਾਂ ਤੇ ਜਿਹੜਾ ਕਰੋਨਾ ਹੈ ਉਹ ਅਲੋਪ ਹੋ ਚੁੱਕਾ ਹੈ। ਸ਼ਾਇਦ ਹਜੇ ਵੀ ਜ਼ਮੀਨੀ ਹਕੀਕਤ ਤੋਂ ਉਹ ਪੂਰੀ ਤਰ੍ਹਾਂ ਵਾਕਿਫ ਨਜ਼ਰ ਨਹੀਂ ਆ ਰਹੇ। खैर अगे वधदे हां, अगे दस दिए कि कई तरीके दे ट्रायलां दा जिहड़ा इंतजार तां कीता जा रहा सी। हुण कोविड-19 की गल हो रही है तो ट्रायलां दा इंतजार कीता जा रहा सी कि जल्दी तो जल्दी शायद आखिरी पड़ाव ते जिहड़े ट्रायल पहुंचे ने वो मुकम्मल हो जान ते किते ना किते वैक्सीन वास्ते जो तस्वीर है वो साफ हो सके। पर हुण कहा जा रहा है कि जॉनसन एंड जॉनसन कंपनी तो कोरोना वायरस नूं लैके जो ट्रायल चल रहा सी ਉਹਨੂੰ ਫਿਲਹਾਲ ਰੋਕਣਾ ਪਿਆ। ਆਖਰੀ ਟਰਾਇਲ ਸੀ। ਜਾਣਕਾਰੀ ਮੁਤਾਬਕ ਟਰਾਇਲ ਦੇ ਵਿੱਚ ਹਿੱਸਾ ਲੈਣ ਵਾਲੇ ਇੱਕ ਵਿਅਕਤੀ ਦੇ ਵਿੱਚ ਕਿਸੇ ਬਿਮਾਰੀ ਦੇ ਲੱਛਣ ਦਿਖਾਈ ਦਿੱਤੇ ਨੇ। ਜੌਨਸਨ ਐਂਡ ਜੌਨਸਨ ਨੇ ਸਟੇਟਮੈਂਟ ਜਾਰੀ ਕੀਤੀ ਹੈ ਕਿ ਅਸੀਂ ਆਪਣੇ ਸਾਰੇ ਕੋਵਿਡ-19 ਟੀਕੇ ਦੇ ਕਲੀਨਿਕਲ ਟਰਾਇਲ ਜਿਹੜੇ ਨੇ ਉਹ ਫਿਲਹਾਲ ਰੋਕ ਰਹੇ ਹਾਂ। ਜੌਨਸਨ ਐਂਡ ਜੌਨਸਨ ਨੇ ਹਾਲ ਹੀ ਦੇ ਵਿੱਚ ਅਮਰੀਕਾ ਦੇ ਵਿੱਚ ਟੀਕਾ ਬਣਾਉਣ ਦਾ ਆਖਰੀ ਟਰਾਇਲ ਜਿਹੜਾ ਉਹ ਸ਼ੁਰੂ ਕੀਤਾ ਸੀ। ਜੌਨਸਨ ਐਂਡ ਜੌਨਸਨ ਦਾ ਫੇਜ਼ 3 ਕੋਵਿਡ-19 ਟੀਕਾ ਜੋ ਕੋਵਿਡ-19 ਦੇ ਟਰਾਇਲ ਨਾਲ ਸਤੰਬਰ ਦੇ ਅਖੀਰ ਦੇ ਵਿੱਚ ਸ਼ੁਰੂ ਹੋਇਆ ਸੀ। ਕਿਸੇ ਵੀ ਟੀਕੇ ਨੇ ਅਜੇ ਤੱਕ ਦੁਨੀਆ ਦੇ ਵਿੱਚ ਫੇਜ਼ 3 ਦੇ ਟਰਾਇਲ ਪੂਰੇ ਨਹੀਂ ਕੀਤੇ। ਜੌਨਸਨ ਐਂਡ ਜੌਨਸਨ ਅਜੇ ਤੱਕ ਕੈਨੇਡੀਅਨ ਮਨਜ਼ੂਰੀ ਲਈ ਅਰਜ਼ੀ ਉਸਨੂੰ ਨਹੀਂ ਮਿਲੀ ਹੈ ਔਰ ਐਸਟਰਾਜੈਨੇਕਾ ਅਜਿਹਾ ਕਰਨ ਵਾਲੀ ਪਹਿਲੀ ਕੰਪਨੀ ਸੀ ਜਿਸ ਨੇ ਆਪਣੀ ਅਰਜ਼ੀ ਨੂੰ ਵਿਗਿਆਨਕ ਨਤੀਜਿਆਂ ਨੂੰ ਅਕਤੂਬਰ 2 ਨੂੰ ਜਮ੍ਹਾਂ ਕਰਵਾਇਆ ਸੀ। ਫਿਲਹਾਲ ਕੰਪਨੀ ਨੇ ਆਖਰੀ ਨਤੀਜਿਆਂ ਮੌਕੇ ਦਾ ਦਾਅਵਾ ਕੀਤਾ ਸੀ ਕਿ ਅਮਰੀਕਾ, ਦੱਖਣੀ ਅਫਰੀਕਾ, ਬ੍ਰਾਜ਼ੀਲ, ਚਿਲੀ ਤੇ ਕੋਲੰਬੀਆ, ਮੈਕਸੀਕੋ ਤੇ ਪੇਰੂ ਦੇ ਵਿੱਚ 60,000 ਲੋਕਾਂ ਦੇ ਟੀਕੇ ਦਾ ਟਰਾਇਲ ਜਿਹੜਾ ਉਹ ਕੀਤਾ ਜਾਏਗਾ। ਪਰ ਫਿਲਹਾਲ ਜੌਨਸਨ ਐਂਡ ਜੌਨਸਨ ਦਾ ਇਹ ਟਰਾਇਲ ਵਿੱਚ ਹੀ ਰੁਕ ਚੁੱਕਾ ਹੈ। ਉਹਨਾਂ ਨੂੰ ਰੋਕਣਾ ਪਿਆ ਹੈ ਕਿਉਂਕਿ ਇੱਕ ਵਿਅਕਤੀ ਦੀ ਹਾਲਤ ਜਿਹੜੀ ਹੈ ਉਹ ਸਥਿਰ ਨਹੀਂ ਦੇਖੀ ਜਾ ਰਹੀ। ਉਸ ਦੇ ਵਿੱਚ ਕੁਝ ਲੱਛਣ ਕਿਸੇ ਬਿਮਾਰੀ ਦੇ ਦਿਖਾਈ ਦੇ ਰਹੇ ਨੇ ਜਿਸ ਕਰਕੇ ਅਜੇ ਇਹ ਤਸਵੀਰ ਸਾਫ਼ ਨਹੀਂ ਹੋ ਪਾਈ ਕਿ ਇਹ ਟਰਾਇਲ ਜਿਹੜਾ ਦੁਬਾਰਾ ਤੋਂ ਸ਼ੁਰੂ ਕਦੋਂ ਹੋਏਗਾ ਤੇ ਅੱਗੇ ਇਸ ਟਰਾਇਲ ਦੇ ਵਿੱਚ ਕੀ ਕੁਝ ਕੀਤਾ ਜਾ ਰਿਹਾ। ਸੋ ਹਜੇ ਵੀ ਜਿਹੜੀ ਇੰਤਜ਼ਾਰ ਕਹਿ ਸਕਦੇ ਹਾਂ ਕਿ ਵੈਕਸੀਨ ਆਉਣ ਦਾ ਉਹ ਕਰਨਾ ਪਏਗਾ। ਕਿਸੇ ਦਾ ਵੀ ਤੀਜੇ ਪੜਾਅ ਦਾ ਅਜੇ ਤੱਕ ਟਰਾਇਲ ਜਿਹੜਾ ਉਹ ਮੁਕੰਮਲ ਨਹੀਂ ਹੋਇਆ। ਸੋ ਇਹ ਤਾਂ ਕੋਵਿਡ-19 ਨਾਲ ਸੰਬੰਧਿਤ ਖਬਰਾਂ ਨੇ। ਅੱਗੇ ਕੋਵਿਡ-19 ਦੀ ਇੱਕ ਹੋਰ ਜਿਹੜੀ ਹੈ ਇਸ ਤਰੀਕੇ ਦੀ ਰਿਪੋਰਟ ਸਾਹਮਣੇ ਆਈ ਹੈ, ਇੱਕ ਸਰਵੇ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੇ ਕੋਵਿਡ-19 ਦੇ ਜਿਹੜੇ ਵਿਸ਼ਾਣੂ ਨੇ, ਜਿਹੜੇ ਲੱਛਣ ਨੇ ਉਹ ਅਸੀਂ ਉਹਨਾਂ ਤੋਂ ਬਚਣ ਦੇ ਲਈ ਹਰ ਹੀਲਾ ਅਪਣਾ ਤਾਂ ਰਹੇ ਹਾਂ ਪਰ ਕੁਝ ਅਜਿਹੀਆਂ ਥਾਵਾਂ ਨੇ ਜਿਨ੍ਹਾਂ ਦੇ ਉੱਤੇ ਉਸ ਦੇ ਜਿਹੜੇ ਵਿਸ਼ਾਣੂ ਨੇ, ਕੋਵਿਡ ਦੇ ਜਿਹੜੇ ਨਿਸ਼ਾਨ ਜਿਹੜੇ ਕਹਿ ਸਕਦੇ ਹਾਂ ਉਹ ਰਹਿ ਰਹੇ ਨੇ। ਗੱਲ ਕੀਤੀ ਜਾ ਰਹੀ ਹੈ ਇੱਥੇ ਸਰਵੇ ਦੇ ਵਿੱਚ ਸਾਹਮਣੇ ਆਇਆ ਕਿ ਜਿਹੜਾ ਫੋਨ ਅਸੀਂ ਇਸਤੇਮਾਲ ਕਰਦੇ ਹਾਂ ਉਸ ਫੋਨ ਦੇ ਉੱਤੇ ਜਿਹੜੇ ਹੈ ਉਹ ਕਣ ਜਿਹੜੇ ਹੁੰਦੇ ਨੇ ਕੋਵਿਡ ਦੇ ਉਹ ਕਾਫੀ ਲੰਬੇ ਸਮੇਂ ਤੱਕ ਰਹਿੰਦੇ ਨੇ। ਇਸ ਤੋਂ ਇਲਾਵਾ ਸਟੇਨਲੈਸ ਸਟੀਲ ਦੇ ਉੱਤੇ ਵੀ ਜਿਹੜੇ ਨੇ ਇਹ ਕਣ ਇੱਦਾਂ ਹੀ ਰਹਿੰਦੇ ਨੇ ਤੇ ਜਿਹੜੀ ਵੀ ਖੁਰਦਰੀ ਚੀਜ਼ ਹੈ ਉਸ ਦੇ ਉੱਤੇ ਕਾਫੀ ਲੰਬਾ ਸਮਾਂ ਜਿਹੜੇ ਨੇ ਕੋਵਿਡ ਦੇ ਕਣ ਰਹਿੰਦੇ ਨੇ। ਸੋ ਇਹ ਰਿਪੋਰਟ ਦੇ ਵਿੱਚ ਕਿਹਾ ਜਾ ਰਿਹਾ ਹੈ ਔਰ ਇਸ ਰਿਪੋਰਟ ਦੇ ਮੁਤਾਬਕ ਇਹ ਹੈ ਖੋਜਕਰਤਾਵਾਂ ਦਾ ਜੋ ਕਹਿਣਾ ਹੈ ਕਿ ਕੋਵਿਡ-19 ਲਈ ਜ਼ਿੰਮੇਵਾਰ ਕੋਰੋਨਾ ਵਾਇਰਸ ਬੈਂਕ ਨੋਟਾਂ ਦੇ ਉੱਤੇ, ਇਸ ਤੋਂ ਇਲਾਵਾ ਫੋਨ ਸਕਰੀਨਾਂ ਤੇ ਸਟੇਨਲੈਸ ਸਟੀਲ ਵਰਗੀਆਂ ਕੁਝ ਸਤ੍ਹਾ ਦੇ ਉੱਤੇ 28 ਘੰਟੇ ਤੱਕ ਜ਼ਿੰਦਾ ਰਹਿ ਸਕਦਾ ਹੈ। ਸੋ 28 ਘੰਟੇ ਤੱਕ ਜੇ ਜ਼ਿੰਦਾ ਰਹਿੰਦਾ ਅਸੀਂ ਹਰ ਚੀਜ਼ ਦਾ ਖਿਆਲ ਤਾਂ ਰੱਖਿਆ ਪਰ ਸ਼ਾਇਦ ਇਸ ਵੱਲ ਅਸੀਂ ਧਿਆਨ ਨਹੀਂ ਦੇ ਪਾਏ। ਆਸਟ੍ਰੇਲੀਆ ਦੀ ਨੈਸ਼ਨਲ ਸਾਇੰਸ ਏਜੰਸੀ ਦਾ ਕਹਿਣਾ ਹੈ ਕਿ SARS-CoV-2 ਵਾਇਰਸ ਕੁਝ ਸਤ੍ਹਾ ਤੇ ਜਿੰਨਾ ਪਹਿਲਾਂ ਸੋਚਿਆ ਜਾਂਦਾ ਸੀ ਉਸ ਤੋਂ ਜ਼ਿਆਦਾ ਲੰਬਾ ਸਮਾਂ ਜ਼ਿੰਦਾ ਰਹਿ ਸਕਦਾ ਹੈ। ਹਾਲਾਂਕਿ ਇਹ ਖੋਜ ਹਨੇਰੇ ਤੇ ਇੱਕ ਸਥਿਰ ਤਾਪਮਾਨ ਤੇ ਕੀਤੀ ਗਈ ਸੀ ਜਦੋਂ ਕਿ ਹਾਲ ਹੀ ਦੇ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਇਹ ਕਰੋਨਾ ਵਾਇਰਸ ਅਲਟਰਾ ਵਾਇਲਟ ਲਾਈਟ ਦੀ ਵਰਤੋਂ ਨਾਲ ਨਸ਼ਟ ਹੋ ਜਾਂਦਾ ਹੈ। ਸੋ ਇਹ ਵੱਡੀ ਗੱਲ ਹੈ ਕਿ ਇਹ ਜੋ ਸਾਹਮਣੇ ਆਈ ਹੈ ਕਿ ਜੇ ਕਰੋਨਾ ਵਾਇਰਸ ਜਿਹੜਾ ਉਹ ਇੰਨੇ ਲੰਬੇ ਸਮੇਂ ਤੱਕ ਯਾਨੀ 28 ਘੰਟਿਆਂ ਤੱਕ ਬੈਂਕ ਦੇ ਨੋਟਾਂ ਦੇ ਉੱਤੇ, ਫੋਨ ਦੀ ਸਕਰੀਨ ਦੇ ਉੱਤੇ ਜਾਂ ਫਿਰ ਸਟੇਨਲੈਸ ਸਟੀਲ ਦੀ ਸਤ੍ਹਾ ਦੇ ਉੱਤੇ ਬਣਿਆ ਰਹਿੰਦਾ ਹੈ ਤਾਂ ਇਸ ਵੱਲ ਵੀ ਸਾਨੂੰ ਧਿਆਨ ਦੇਣਾ ਚਾਹੀਦਾ ਹੈ। ਹਾਲਾਂਕਿ ਕੋਵਿਡ-19 ਜਦੋਂ ਦਾ ਸ਼ੁਰੂ ਹੋਇਆ ਕੋਸ਼ਿਸ਼ ਇਹੀ ਕੀਤੀ ਜਾ ਰਹੀ ਸੀਗੀ ਕਿ ਹਰ ਤਰੀਕੇ ਨਾਲ ਅਸੀਂ ਆਪਣੇ ਨਿਯਮਾਂ ਦੇ ਵਿੱਚ ਤਬਦੀਲੀ ਲਿਆਈਏ, ਅਸੀਂ ਆਪਣੇ ਹੱਥ ਸਾਫ਼ ਰੱਖੀਏ, ਸੈਨੀਟਾਈਜ਼ ਕਰੀਏ, ਖੁਦ ਨੂੰ ਸਾਫ਼ ਰੱਖੀਏ ਔਰ ਕੋਸ਼ਿਸ਼ ਕਰੀਏ ਅਸੀਂ ਮਾਸਕ ਪਾਈਏ ਕਿ ਜਦੋਂ ਗੱਲ ਕਰਦੇ ਹਾਂ ਜਾਂ ਥੁੱਕ ਦੇ ਦੌਰਾਨ ਜਾਂ ਇੱਕ ਦੂਜੇ ਨਾਲ ਗੱਲ ਕਰਦੇ ਦੌਰਾਨ ਜਿਹੜੇ ਬਬਲਸ ਨੇ ਉਹ ਇੱਕ ਦੂਜੇ ਦੇ ਵਿੱਚ ਇਸ ਤਰੀਕੇ ਨਾਲ ਨਾ ਜਾਣ। ਇਹ ਹਰ ਤਰੀਕੇ ਨਾਲ ਅਸੀਂ ਕੋਸ਼ਿਸ਼ ਕਰ ਰਹੇ ਸੀ ਪਰ ਹੁਣ ਜਦੋਂ ਇਹ ਰਿਪੋਰਟ ਸਾਹਮਣੇ ਆਈ ਹੈ ਯਾਨੀ ਕਿ ਛੋਟੀਆਂ ਉਹ ਚੀਜ਼ਾਂ ਜਿਨ੍ਹਾਂ ਵੱਲ ਸਾਡਾ ਧਿਆਨ ਵੀ ਨਹੀਂ ਜਾ ਰਿਹਾ ਸੀ ਹੁਣ ਸਾਨੂੰ ਉਹਨਾਂ ਵੱਲ ਵੀ ਧਿਆਨ ਦੇਣਾ ਪਏਗਾ। ਫੋਨ ਵੱਲ ਅਸੀਂ ਧਿਆਨ ਨਹੀਂ ਦਿੰਦੇ, ਸਾਰਾ ਦਿਨ ਫੋਨ ਸਾਡੇ ਹੱਥ ਦੇ ਵਿੱਚ ਰਹਿੰਦਾ ਹੈ ਔਰ ਇਸ ਤੋਂ ਇਲਾਵਾ ਕੋਈ ਸਟੇਨਲੈਸ ਸਟੀਲ ਜਿਹੜੀ ਵੀ ਜਗ੍ਹਾ ਦੇ ਉੱਤੇ ਕਿਤੇ ਅਸੀਂ ਬੈਠ ਰਹੇ ਹਾਂ ਜਾਂ ਕੋਈ ਟੇਬਲ ਹੈ ਜਾਂ ਕੋਈ ਮੱਗ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਚੀਜ਼ ਹੈ ਜੇ ਉਹ ਸਟੇਨਲੈਸ ਸਟੀਲ ਦੀ ਹੈ ਤਾਂ ਉਸ ਦਾ ਵੀ ਖਿਆਲ ਰੱਖਣਾ ਪਏਗਾ। ਇਸ ਤੋਂ ਇਲਾਵਾ ਜਿਹੜੇ ਬੈਂਕਾਂ ਦੇ ਵਿੱਚ ਅਸੀਂ ਨੋਟ ਲੈ ਰਹੇ ਹਾਂ
ਉਹਨਾਂ ਦਾ ਵੀ ਸਾਨੂੰ ਖਾਸ ਖਿਆਲ ਰੱਖਣਾ ਪਏਗਾ ਕਿ ਅਸੀਂ ਉਹਨਾਂ ਨੂੰ ਜਦੋਂ ਲੈ ਰਹੇ ਹਾਂ ਤਾਂ ਉਹਨਾਂ ਨੂੰ ਅਸੀਂ ਸਾਫ਼ ਕਿਵੇਂ ਰੱਖਣਾ ਹੈ, ਕਿਉਂਕਿ ਉਹਨਾਂ ਦੇ ਉੱਤੇ ਵੀ ਕਈ ਤਰ੍ਹਾਂ ਦੇ ਹੱਥ ਲੱਗੇ ਹੁੰਦੇ ਨੇ ਤੇ ਕੋਵਿਡ ਦੇ ਜਿਹੜੇ ਕਹਿ ਸਕਦੇ ਆ ਕਿ ਜਿਹੜੇ ਲੱਛਣ ਹੈ ਉਹ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਦੇ ਵਿੱਚ ਚਲੇ ਜਾਂਦੇ ਨੇ। ਸੋ ਇਸ ਦੇ ਕਣ ਇਹਨਾਂ ਚੀਜ਼ਾਂ ਦੇ ਉੱਤੇ, ਇਹਨਾਂ ਥਾਵਾਂ ਦੇ ਉੱਤੇ ਲੰਬੇ ਸਮੇਂ ਤੱਕ ਯਾਨੀ 28 ਘੰਟਿਆਂ ਤੱਕ ਇਸ ਦੀ ਸਤ੍ਹਾ ਦੇ ਉੱਤੇ ਰਹਿ ਸਕਦੇ ਨੇ। ਹੁਣ ਜਿੰਨੀ ਤੁਸੀਂ ਆਪਣੀ ਕੋਸ਼ਿਸ਼ ਕਰ ਰਹੇ ਹੋ ਬਚਣ ਦੀ, ਉਹ ਤਾਂ ਤੁਸੀਂ ਨਿਯਮਾਂ ਦੀ ਪਾਲਣਾ ਕਰ ਹੀ ਰਹੇ ਹੋ, ਉਸ ਦੇ ਵਿੱਚ ਇਹ ਵੀ ਤਬਦੀਲੀ ਕਰ ਲਓ। ਵੈਸੇ ਤਾਂ ਕੋਈ ਚਿੰਤਾ ਵਾਲੀ ਗੱਲ ਨਹੀਂ ਹੈ, ਇਸ ਰਿਪੋਰਟ ਦਾ ਸਾਹਮਣੇ ਆਉਣਾ ਇਹ ਨਹੀਂ ਕਹਿ ਸਕਦੇ ਕਿ ਇੱਕ ਚਿੰਤਾ ਪੈਦਾ ਕਰ ਰਹੀ ਹੈ ਜਾਂ ਡਰ ਦਾ ਮਾਹੌਲ ਬਣਾ ਰਹੀ ਹੈ। ਇਸ ਰਿਪੋਰਟ ਦੇ ਨਸ਼ਰ ਹੋਣ ਤੋਂ ਬਾਅਦ ਅਸੀਂ ਇਹ ਜ਼ਰੂਰ ਕਹਿ ਸਕਦੇ ਹਾਂ ਕਿ ਜਿੰਨੇ ਨਿਯਮਾਂ ਦੇ ਵਿੱਚ ਅਸੀਂ ਤਬਦੀਲੀ ਲਿਆਂਦੀ ਹੈ ਜਾਂ ਜਿੰਨੇ ਨਿਯਮ ਅਸੀਂ ਅਪਣਾ ਰਹੇ ਹਾਂ ਉਹਨਾਂ ਦੇ ਵਿੱਚ ਅਸੀਂ ਇਹ ਵੀ ਸ਼ਾਮਿਲ ਕਰ ਲਈਏ ਕਿ ਇਸ ਗੱਲਾਂ ਦਾ ਵੀ ਖਿਆਲ ਰੱਖੀਏ। ਸੋ ਇਹ ਤਾਂ ਸੀ ਕੋਵਿਡ-19 ਨਾਲ ਸੰਬੰਧਿਤ ਗੱਲਾਂ। ਅੱਗੇ ਦੱਸਦੇ ਕਿ ਪੰਜਾਬ ਦੇ ਵਿੱਚ ਕਈ ਤਰ੍ਹਾਂ ਦੀ ਡਿਵੈਲਪਮੈਂਟ ਹੋ ਰਹੀ ਹੈ। ਇੱਕ ਤਾਂ ਕਿਸਾਨਾਂ ਦਾ ਜਿਹੜਾ ਅੰਦੋਲਨ ਹੈ ਉਸ ਬਾਰੇ ਅਸੀਂ ਸਾਰੇ ਜਾਣਦੇ ਹਾਂ ਕਿ ਕੀ ਕੁਝ ਚੱਲ ਰਿਹਾ ਹੈ ਇਸ ਵੇਲੇ। ਕਿਸਾਨ ਜਿਹੜੇ ਨੇ ਉਹਨਾਂ ਦੀ ਸਿਚੁਏਸ਼ਨ ਕੀ ਬਣੀ ਹੋਈ ਹੈ, ਪਰ ਡਟੇ ਹੋਏ ਨੇ ਆਪਣੇ ਸੰਘਰਸ਼ ਦੇ ਵਿੱਚ, ਆਪਣੇ ਅੰਦੋਲਨ ਦੇ ਵਿੱਚ ਲਗਾਤਾਰ ਲੱਗੇ ਹੋਏ ਨੇ। ਕਿਸਾਨ ਜਥੇਬੰਦੀਆਂ ਦੇ ਵਿੱਚ ਕਿਤੇ ਨਾ ਕਿਤੇ ਇੱਕ ਸੁਰ ਜਿਹੜੇ ਉਹ ਵੀ ਦਿਖਾਈ ਨਹੀਂ ਦੇ ਰਹੇ, ਵੰਡੇ ਹੋਏ ਕਿਸਾਨ ਜਥੇਬੰਦੀਆਂ ਵੀ ਦਿਖਾਈ ਦੇ ਰਹੀਆਂ ਨੇ। ਇਸ ਤੋਂ ਇਲਾਵਾ ਵੱਡੀ ਤੇ ਅਹਿਮ ਖਬਰ ਇਹ ਹੈ ਕਿ ਪੰਜਾਬ ਕੈਬਨਿਟ ਦੀ ਜਿਹੜੀ ਹੈ ਉਹ ਮੀਟਿੰਗ ਕੱਲ੍ਹ ਨੂੰ ਹੋਣ ਜਾ ਰਹੀ ਹੈ। ਉਸ ਮੀਟਿੰਗ ਦਾ ਖਾਸ ਮਹੱਤਵ ਇਹ ਹੈ, ਉਸ ਮੀਟਿੰਗ ਨੂੰ ਜਿਹੜਾ ਹੈਲਡ ਕਰਨ ਦਾ ਖਾਸ ਜੋ ਮਕਸਦ ਮੰਨਿਆ ਜਾ ਰਿਹਾ ਉਹ ਇਹ ਹੈ ਕਿ ਜਿਹੜਾ ਕਹਿ ਰਹੇ ਸੀ ਕਿ ਸੈਸ਼ਨ ਬੁਲਾਉਣਾ ਹੈ, ਕਿਉਂਕਿ ਕਿਸਾਨਾਂ ਨੇ ਸਾਫ਼ ਅਲਟੀਮੇਟਮ ਦੇ ਦਿੱਤਾ ਹੈ ਕਾਂਗਰਸ ਸਰਕਾਰ ਨੂੰ, ਪੰਜਾਬ ਸਰਕਾਰ ਨੂੰ, ਕਿ ਜੇ ਇਹ ਸੈਸ਼ਨ ਨਾ ਸੱਦਿਆ ਗਿਆ ਵਿਧਾਨ ਸਭਾ ਦਾ ਤਾਂ ਅਸੀਂ ਘਿਰਾਓ ਕਰਾਂਗੇ। ਸੋ ਇਸ ਸੈਸ਼ਨ ਨੂੰ ਸੱਦਣ ਨੂੰ ਲੈ ਕੇ ਹੀ ਜਿਹੜੀ ਹੈ ਕੈਬਨਿਟ ਦੀ ਮੀਟਿੰਗ ਹੋਣ ਜਾ ਰਹੀ ਹੈ, ਜਿਸ ਦੇ ਵਿੱਚ ਹੋ ਸਕਦਾ ਹੈ ਕਿ ਕੱਲ੍ਹ ਉਹ ਤਾਰੀਖ ਵੀ ਸਾਹਮਣੇ ਆ ਜਾਏ ਕਿ ਹੁਣ ਜੇ ਮੀਟਿੰਗ ਹੋਣ ਜਾ ਰਹੀ ਹੈ ਤਾਂ ਸੈਸ਼ਨ ਜਿਹੜਾ ਉਹ ਕਦੋਂ ਸੱਦਣਾ ਹੈ ਤੇ ਸੈਸ਼ਨ ਦੇ ਵਿੱਚ ਕੀ ਖਾਸ ਰਹੇਗਾ। ਸੋ ਇਹ ਮੀਟਿੰਗ ਦੇ ਵਿੱਚ ਸਾਫ਼ ਹੋ ਪਾਏਗਾ। ਇਸ ਤੋਂ ਇਲਾਵਾ ਕੱਲ੍ਹ ਕਿਸਾਨਾਂ ਨੂੰ ਕੇਂਦਰ ਸਰਕਾਰ ਦੇ ਨਾਲ ਮੀਟਿੰਗ ਲਈ ਵੀ ਬੁਲਾਇਆ ਗਿਆ। ਉਸ ਮੀਟਿੰਗ ਦੇ ਵਿੱਚ ਕਿਸਾਨ ਪਹੁੰਚਣਗੇ। ਸੋ ਉਮੀਦ ਇਹ ਜਤਾਈ ਜਾ ਰਹੀ ਹੈ ਕੋਈ ਨਾ ਕੋਈ ਜਿਹੜਾ ਹੱਲ ਨਿਕਲ ਆਵੇ, ਪਰ ਅਜੇ ਤੱਕ ਕਿਸਾਨ ਡਟੇ ਹੋਏ ਨੇ ਆਪਣੇ ਅੰਦੋਲਨ ਦੇ ਵਿੱਚ। ਇਸ ਤੋਂ ਇਲਾਵਾ ਦੱਸਦੇ ਕਿ 15 ਅਕਤੂਬਰ ਨੂੰ ਜਿਹੜੇ ਨੇ ਉਹ ਸਕੂਲ ਖੁੱਲ੍ਹਣ ਦੀ ਗੱਲ ਕਹੀ ਜਾ ਰਹੀ ਸੀ। 9ਵੀਂ ਤੋਂ ਲੈ ਕੇ 12ਵੀਂ ਤੱਕ ਦੇ ਸਕੂਲ ਖੋਲ੍ਹੇ ਜਾ ਰਹੇ ਨੇ। ਅਸੀਂ ਬ੍ਰੇਕ ਤੋਂ ਬਾਅਦ ਹਰਸ਼ਰਨ ਕੌਰ ਨਾਲ ਜੁੜਾਂਗੇ ਤੇ ਜਾਣਾਂਗੇ ਕਿ ਸਕੂਲਾਂ ਦੇ ਵਿੱਚ ਤਬਦੀਲੀਆਂ ਜਿਹੜੀਆਂ ਉਹ ਕਿਵੇਂ ਕੀਤੀਆਂ ਜਾ ਰਹੀਆਂ ਨੇ, ਖਾਸ ਕਰਕੇ ਕੋਵਿਡ ਦੇ ਮਾਹੌਲ ਦੇ ਵਿੱਚ ਜਿਹੜਾ ਹੈ ਕਿਸ ਤਰੀਕੇ ਨਾਲ ਸਕੂਲਾਂ ਦੀ ਸੁਰੱਖਿਆ ਜਿਹੜੀ ਸੁਰੱਖਿਅਤ ਰੱਖਣ ਦੇ ਲਈ ਕੀ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਸਰਕਾਰੀ ਪੱਧਰ 'ਤੇ ਵੀ ਕੀਤੀਆਂ ਜਾ ਰਹੀਆਂ ਨੇ ਤੇ ਸਕੂਲ ਵਿਭਾਗ ਦੇ ਵੱਲੋਂ ਵੀ ਕੀਤੀਆਂ ਜਾ ਰਹੀਆਂ ਨੇ। ਇਸ ਤੋਂ ਇਲਾਵਾ ਇਹ ਦੱਸਦੇ ਕਿ ਜਿਹੜੇ ਕਿਸਾਨ ਨੇ ਉਹਨਾਂ ਦੇ ਵੱਲੋਂ ਕਿਤੇ ਨਾ ਕਿਤੇ ਇਹ ਜ਼ਰੂਰ ਕਹਿ ਦਿੱਤਾ ਗਿਆ ਹੈ ਕਿ ਜਿਹੜਾ ਨਵੰਬਰ ਦੇ ਵਿੱਚ ਵੀ ਤਿਆਰੀ ਉਲੀਕੀ ਗਈ ਹੈ ਚੱਕਾ ਜਾਮ ਕਰਨ ਦੀ। ਇਹ ਚੱਕਾ ਜਾਮ ਕਿਉਂ ਹੁਣ ਕੀਤਾ ਜਾਏਗਾ? ਜੇ ਕੇਂਦਰ ਸਰਕਾਰ ਦੇ ਨਾਲ ਕੋਈ ਸਹਿਮਤੀ ਬਣ ਜਾਂਦੀ ਹੈ, ਕੋਈ ਸਮਝੌਤਾ ਹੋ ਜਾਂਦਾ ਹੈ ਤਾਂ ਵੀ ਇਹ ਚੱਕਾ ਜਿਹੜਾ ਜਾਮ ਕੀਤਾ ਜਾਏਗਾ। ਇਸ ਸੰਬੰਧੀ ਅਸੀਂ ਗੱਲਬਾਤ ਕਰਾਂਗੇ। ਬ੍ਰੇਕ ਤੋਂ ਬਾਅਦ ਅਸੀਂ ਪੰਜਾਬ ਦਾ ਰੁਖ ਕਰਾਂਗੇ ਤੇ ਪੰਜਾਬ ਦੀਆਂ ਸਰਗਰਮੀਆਂ ਦੇ ਉੱਤੇ ਨਜ਼ਰ ਪਾਵਾਂਗੇ। ਫਿਲਹਾਲ ਦੇ ਲਈ ਅਸੀਂ ਇੱਥੇ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਰੁਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੁੰਦੇ ਹਾਂ ਕੁਝ ਹੋਰ ਖਾਸ ਖਬਰਾਂ ਦੇ ਨਾਲ। ਤੁਸੀਂ ਹੈਰਾਨ ਤੇ ਜ਼ਰੂਰ ਹੋ ਰਹੇ ਹੋ ਕਿ ਇੱਕ ਬੰਦਾ ਪੈਂਟ ਕਮੀਜ਼ ਪਾ ਕੇ ਟਰੈਕਟਰ ਚਲਾ ਰਿਹਾ ਹੈ, ਖੇਤੀ ਕਰ ਰਿਹਾ ਹੈ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।